ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਜਾ, ਨੀ ਤੈਨੂੰ ਦੇਵਾਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਜਾ। ਢਲ ਗਈ ਧੁੱਪ ਹੋ ਗਈਆਂ ਤਰਕਾਲਾਂ ਨੀ, ਵੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਜਾ, ਨੀ ਪੀੜਾਂ ਦਾ ਪਰਾਗਾ ਭੁੰਨ ਜਾ। ਜਦੋਂ ਟੁੱਟਣ ਲੱਗੇ ਹੌਸਲੇ ਤਾਂ ਯਾਦ ਰੱਖਣਾ, ਬਿਨਾਂ ਮਿਹਨਤ ਤੇ ਹਾਸਲ ਤੱਕ ਤੋਂ ਤਾਜ਼ ਨਹੀਂ ਹੁੰਦੇ। ਲੱਭ ਹੀ ਲੈਂਦੇ ਨੇ ਹਨੇਰੇ ਵਿੱਚ ਮੰਜ਼ਲਾਂ, ਕਿਉਂਕਿ ਜੁਗਨੂੰ ਕਦੇ ਰੋਸ਼ਨੀ ਦੇ ਮੁਹਤਾਜ ਨਹੀਂ ਹੁੰਦੇ। ਦਰਸ਼ਕੋ, ਅੱਜ ਪੀ ਦਸਤਕ ਤੇ ਤੁਹਾਡੇ ਰੂਬਰੂ ਕਰਾਉਣ ਜਿਹਨੂੰ ਅਸੀਂ ਜਾ ਰਹੇ ਹਾਂ, ਅਗੰਮਪੁਰ ਦੇ ਜੰਮਪਲ ਰਾਣਾ ਦਿਲਸ਼ੇਰ ਸਿੰਘ, DSP ਚੰਡੀਗੜ੍ਹ ਪੁਲਿਸ। ਆਓ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਉਂਦੇ ਹਾਂ। DSP ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਸਭ ਤੋਂ ਪਹਿਲਾਂ ਦੱਸੋ ਤੁਸੀਂ ਵੀ ਤੁਸੀਂ ਇੱਕ ਜਿਹੜੀ ਆਪਣੀ ਸਫਲ ਜ਼ਿੰਦਗੀ ਦੀ ਇਹ ਕਹਾਣੀ ਲਿਖੀ, ਉਹਦੀ ਸ਼ੁਰੂਆਤ ਕਿੱਥੋਂ ਕੀਤੀ? ਤੁਸੀਂ ਆਪਣੇ ਸਕੂਲ ਟਾਈਮ ਤੋਂ ਦੱਸੋ, ਕਿਹੜੇ ਸਕੂਲ 'ਚ ਤੁਸੀਂ ਪੜ੍ਹੇ ਹੋ? ਮੈਂ ਇਸੇ ਪਿੰਡ 'ਚ SD ਹਾਈ ਸਕੂਲ ਆਨੰਦਪੁਰ ਸਾਹਿਬ ਦੀ ਇੱਕ ਬ੍ਰਾਂਚ ਸੀਗੀ, ਉਹਨੂੰ ਆਪਾਂ ਉਸ ਟਾਈਮ 'ਤੇ ਬਰੋਟੇ ਵਾਲਾ ਸਕੂਲ ਕਹਿੰਦੇ ਸੀ। ਹੈ SD ਹਾਈ ਸਕੂਲ ਦੀ ਬ੍ਰਾਂਚ ਸੀ। ਉਹ 5ਵੀਂ ਕਲਾਸ ਤੱਕ ਸਕੂਲ ਸੀਗਾ ਅਤੇ ਉਹ ਸੰਨ 78 79 80 'ਚ ਆ ਕੇ ਉਹ ਖਤਮ ਹੋ ਗਈ, ਉਹ ਬ੍ਰਾਂਚ ਬੰਦ ਹੋ ਗਈ। ਮੈਂ ਪ੍ਰਾਇਮਰੀ ਦੀ ਸਿੱਖਿਆ ਉਸ ਸਕੂਲ ਵਿੱਚ ਹਾਸਲ ਕੀਤੀ। ਅੱਛਾ, ਤੁਹਾਡਾ ਪਰਿਵਾਰ ਹੈ ਜਿਹੜਾ ਉਹ ਬਹੁਤ ਹੀ ਸਮਾਜ ਸੇਵੀ ਪਰਿਵਾਰ ਰਿਹਾ। ਤੁਹਾਡੇ ਬਜ਼ੁਰਗ, ਤੁਹਾਡੇ ਪਿਤਾ ਜੀ ਆਪ ਕੈਪਟਨ, ਫੌਜ ਵਿੱਚੋਂ ਕੈਪਟਨ ਰਿਟਾਇਰ ਸੀ। ਔਰ ਜਿਹੜਾ ਤੁਸੀਂ ਕਾਲਜ ਦੀ ਪੜ੍ਹਾਈ ਕੀਤੀ, ਕਿਆ ਤੁਸੀਂ ਕਦੇ ਫੌਜ ਵਿੱਚ ਜਾਣ ਬਾਰੇ ਸੋਚਿਆ ਜਾਂ ਗਏ ਹੋ? 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮੈਂ 1981 ਵਿੱਚ ਪ੍ਰੈਪ 'ਚ ਐਡਮਿਸ਼ਨ ਲਿਆ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿੱਚ। ਫਿਰ ਮੈਂ BA ਫਸਟ ਈਅਰ 1982 ਵਿੱਚ ਕੀਤੀ ਔਰ ਉਹ ਤੋਂ ਬਾਅਦ ਮੈਂ ਫੌਜ ਵਿੱਚ ਭਰਤੀ ਹੋ ਗਿਆ ਸੀ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਸੂਬੇਦਾਰ ਮੇਜਰ ਆਨਰਰੀ ਕੈਪਟਨ ਰਿਟਾਇਰਡ ਹੋਏ ਸੀ ਪੈਰਾਸ਼ੂਟ ਰੈਜੀਮੈਂਟ 'ਚ। ਮੈਂ ਉਹਨਾਂ ਦੀ ਰੈਜੀਮੈਂਟ 'ਚ ਜਾ ਕੇ ਬਤੌਰ ਸਿਪਾਹੀ ਪੈਰਾ ਟਰੂਪਰ ਪੈਰਾਸ਼ੂਟ ਰੈਜੀਮੈਂਟ ਵਿੱਚ ਭਰਤੀ ਹੋ ਗਏ। ਸਾਹਿਬ, ਤੁਸੀਂ ਇਹ ਦੱਸੋ, ਤੁਸੀਂ ਜਿਹੜੀ ਆਪਣੀ ਕਾਲਜ ਦੀ ਐਜੂਕੇਸ਼ਨ ਤੋਂ ਬਾਅਦ ਤੁਸੀਂ ਚੰਡੀਗੜ੍ਹ ਪੁਲਿਸ ਤੱਕ ਗਏ ਆ, ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਕਾਲਜ ਦੀ ਐਜੂਕੇਸ਼ਨ ਤੋਂ ਬਾਅਦ ਮੈਂ ਆਰਮੀ 'ਚ ਚਲ ਗਿਆ ਸੀ ਆਪਣੇ ਪਿਤਾ ਜੀ ਕੋਲ। ਆਰਮੀ 'ਚ ਮੈਂ ਬਤੌਰ ਸਿਪਾਹੀ 3.5 ਸਾਲ ਪੈਰਾਸ਼ੂਟ ਰੈਜੀਮੈਂਟ 'ਚ 6 ਪੈਰਾ ਦੇ ਵਿੱਚ ਮੈਂ ਨੌਕਰੀ ਕੀਤੀ ਔਰ ਉਹ ਤੋਂ ਬਾਅਦ 1985 ਵਿੱਚ ਮੈਂ ਉੱਥੋਂ ਡਿਸਚਾਰਜ ਹੋ ਕੇ ਆ ਗਿਆ ਸੀ, ਕਿਉਂਕਿ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਮੈਂ ਸਿਰਫ ਪ੍ਰੈਪ ਕਲਾਸ ਕਰਕੇ ਭਰਤੀ ਹੋ ਗਿਆ ਸੀ। ਆ ਕੇ ਮੈਂ ਦੁਬਾਰਾ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿੱਚ 1985 ਤੋਂ ਲੈ ਕੇ 88 ਤੱਕ ਮੈਂ ਪੜ੍ਹਿਆ, ਗ੍ਰੈਜੂਏਸ਼ਨ ਕੀਤੀ ਔਰ ਉਹ ਤੋਂ ਬਾਅਦ ਫਿਰ ਮੈਂ ਲਾਅ ਕਰਨ ਲੱਗ ਗਿਆ ਗੰਗਾ ਨਗਰ ਖਾਲਸਾ ਕਾਲਜ ਵਿੱਚ। ਔਰ ਫਿਰ ਮੈਂ ਦੌਰਾਨੇ ਪੜ੍ਹਾਈ ਉਸੇ ਟਾਈਮ 'ਚ ਚੰਡੀਗੜ੍ਹ ਪੁਲਿਸ 'ਚ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਸੀ, ਮੈਂ 89 ਦੇ ਵਿੱਚ ਬਤੌਰ ASI ਚੰਡੀਗੜ੍ਹ ਪੁਲਿਸ ਜੁਆਇਨ ਕਰ ਲਈ ਸੀ। DSP ਸਾਹਿਬ, 87-88 ਦੇ ਹੜ੍ਹਾਂ ਵਿੱਚ ਕਹਿੰਦੇ ਬਹੁਤ ਨੁਕਸਾਨ ਹੋਇਆ ਸੀ ਪੰਜਾਬ ਦਾ, ਪਰ ਤੁਹਾਡੇ ਪਰਿਵਾਰ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਲੋਕਾਂ ਨੂੰ ਬਚਾਉਣ ਵਿੱਚ, ਉਹਨਾਂ ਦੇ ਘਰ ਦਿਲਾਉਣ ਵਿੱਚ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? 1988 'ਚ ਜਿਹੜੇ ਸਪਟੰਬਰ 1988 'ਚ ਹੜ੍ਹ ਆਏ, ਉਹ ਸਿਰਫ ਐਸੇ ਇਲਾਕੇ 'ਚ ਨਹੀਂ, ਪੂਰੇ ਪੰਜਾਬ ਵਿੱਚ ਹੜ੍ਹ ਆ ਗਏ ਸੀ। ਬੇਸ਼ੁਮਾਰ ਹੜ੍ਹ ਸੀਗੇ, ਆਰਮੀ ਲੱਗੀ ਸੀ, ਲੋਕ ਪਿੰਡਾਂ ਦੇ ਵਿੱਚ, ਪਿੰਡ ਜਿਹੜੇ ਦਰਿਆਵਾਂ ਦੇ ਕਿਨਾਰੇ ਸੀਗੇ ਉਹ ਡੁੱਬ ਗਏ ਸੀ। ਅਤੇ ਸਾਡੇ ਪਿੰਡ ਦਾ ਇੱਕ ਟੱਪਰੀਆਂ ਬਾਸ ਸੀਗਾ, ਉੱਥੇ ਵੀ 30-40 ਲੋਕ ਹੈ ਜਿਹੜੇ ਉਹ ਫਸੇ ਹੋਏ ਸੀ। ਅਤੇ ਮੈਂ ਉਸ ਟਾਈਮ ਉੱਦਮ ਕੀਤਾ, ਇੱਕ ਨਾਲ ਸਾਡੇ ਐਕਸ ਫੌਜੀ ਹੈਗੇ ਰਾਣਾ ਹਿੰਮਤ ਸਿੰਘ, ਉਹਨਾਂ ਨੂੰ ਨਾਲ ਲਿਆ। ਇੱਕ ਮੇਰਾ ਤਾਏ ਦਾ ਲੜਕਾ ਸੀ ਭੁਪਿੰਦਰ ਸਿੰਘ, ਹੈਪੀ ਕਬੱਡੀ ਦਾ ਪਲੇਅਰ ਸੀ, ਉਹਨੂੰ ਨਾਲ ਲਿਆ। ਅਸੀਂ SDM ਦਫ਼ਤਰ ਤੋਂ ਕਿਸ਼ਤੀ ਲਿਆ ਕੇ, ਕਿਉਂਕਿ ਅਸੀਂ ਦਰਿਆਵਾਂ ਦੇ ਰਹਿਣ ਵਾਲੇ ਸੀ, ਕਿਸ਼ਤੀ ਚਲਾਉਣਾ ਜਾਣਦੇ ਸੀ, ਤਰਨਾ ਜਾਣਦੇ ਸੀ। ਅਸੀਂ ਉਸ ਰਾਤ
11 ਵਜੇ ਤੱਕ ਕਿਸ਼ਤੀ ਦੇ ਵਿੱਚ ਉਹਨਾਂ ਬੰਦਿਆਂ ਨੂੰ ਢੋਇਆ ਤੇ ਅਸੀਂ ਕੋਈ 40 ਕੁ ਦੇ ਕਰੀਬ ਬੰਦੇ ਔਰ ਡੰਗਰ ਬੱਛੂ ਉਹਨਾਂ ਦੇ ਕੱਢ ਕੇ ਲੈ ਕੇ ਆਏ। ਤੇ ਆ ਜਿਹੜਾ ਸਕੂਲ ਹੈ ਹਾਈ ਸਕੂਲ ਆਨੰਦਪੁਰ ਅਗੰਮਪੁਰ ਦਾ, ਇਸ ਸਕੂਲ ਦੇ ਵਿੱਚ ਟੈਲੈਂਟ ਕੈਂਪ ਸੀਗਾ, ਰੀਹੈਬਲੀਟੇਸ਼ਨ ਕੈਂਪ। ਅਸੀਂ ਉੱਥੇ ਉਹਨਾਂ ਲੋਕਾਂ ਨੂੰ ਲਿਆਂਦਾ ਸੀ ਉਸ ਟਾਈਮ ਤੇ ਹੜ੍ਹਾਂ ਚੋਂ ਕੱਢ ਕੇ। ਤੇ ਇਹ ਸਾਰੇ ਪਿੰਡ ਦਾ ਵੀ ਸਹਿਯੋਗ ਸੀ, ਪਰ ਉਹਨਾਂ ਜਿਹੜੇ 2-4 ਬੰਦੇ ਮੇਰੇ ਨਾਲ ਗਏ ਸੀ ਉਸ ਇੰਨੇ ਮਤਲਬ ਡਰਾਉਣੇ ਹੜ੍ਹ ਦੇ ਵਿੱਚ, ਤੇ ਅਸੀਂ ਉਸ ਟਾਈਮ ਤੇ ਇਹ ਇੱਕ ਸਮਾਜ ਸੇਵਾ ਇਹਨੂੰ ਰੱਖ ਲਓ ਜਾਂ ਦੇਸ਼ ਸੇਵਾ ਰੱਖ ਲਓ, ਤੇ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਵੀ ਅਸੀਂ ਇਹਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਰੋਟੀ ਦਾ ਪ੍ਰਬੰਧ ਕਰਨਾ, ਉਹਨਾਂ ਦੇ ਡੰਗਰਾਂ ਨੂੰ ਘਾਹ ਦਾ ਪ੍ਰਬੰਧ ਕਰਨਾ, ਉਹਨਾਂ ਦੇ ਬੱਚਿਆਂ ਨੂੰ ਕੱਪੜਿਆਂ ਦਾ ਪ੍ਰਬੰਧ ਕਰਨਾ, ਇਹ ਸਾਰੇ ਕੰਮ ਅਸੀਂ ਇਸ SD ਹਾਈ ਸਕੂਲ ਦੇ ਰੀਹੈਬਲੀਟੇਸ਼ਨ ਸੈਂਟਰ ਵਿੱਚ ਚਲਾਉਂਦੇ ਰਹੇ। ਅਗੰਮਪੁਰ ਪਿੰਡ ਕਬੱਡੀ ਦੀ ਜਿਹੜੀ ਮਾਂ ਖੇਡ ਕਬੱਡੀ ਹੈ ਉਹਦੀ ਨਰਸਰੀ ਮੰਨਿਆ ਜਾਂਦਾ ਹੈ, ਔਰ ਤੁਸੀਂ ਵੀ ਆਪਣੇ ਸਮੇਂ 'ਚ ਇੱਕ ਬਹੁਤ ਵਧੀਆ ਖਿਡਾਰੀ ਰਹੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਗੰਮਪੁਰ ਪਿੰਡ ਦੀ ਕਬੱਡੀ ਸ਼ੁਰੂ ਤੋਂ ਜਦੋਂ ਤੋਂ ਅਸੀਂ ਬੱਚੇ ਸੀਗੇ ਕਾਫੀ ਮਸ਼ਹੂਰ ਸੀਗੀ। ਤੇ ਇਸ ਪਿੰਡ ਦੀ ਕਬੱਡੀ ਦਾ ਦੌਰ ਜਿਹੜਾ ਉਹ 1980 ਤੋਂ ਲੈ ਕੇ 1990-95 ਤੱਕ ਸਿਖਰ ਤੇ ਰਿਹਾ। ਔਰ ਇਸ ਪਿੰਡ ਦੀ ਨਰੋਲ ਇਸੇ ਪਿੰਡ ਦੀ ਟੀਮ ਨੇ ਰੋਪੜ ਜ਼ਿਲ੍ਹੇ ਨੂੰ ਕਈ ਵਾਰ ਪੰਜਾਬ 'ਚੋਂ ਨੰਬਰ 1 ਅੱਵਲ ਨੰਬਰ ਤੇ ਵੀ ਲੈ ਕੇ ਆਉਂਦਾ। ਔਰ ਇਸ ਪਿੰਡ ਨੇ ਕਾਫੀ ਖਿਡਾਰੀ ਰਾਣਾ ਤਰਨ ਸਿੰਘ, ਸ਼ਮਸ਼ੇਰ ਸਿੰਘ, ਕਾਕੂ, ਬਿੰਦਰ ਹੈ, ਰਾਣਾ ਰਾਮ ਕੁਮਾਰ, ਇਸ ਤਰ੍ਹਾਂ ਦੇ ਬੜੇ ਬੜੇ ਪਲੇਅਰ ਜਿਹੜੇ ਉਹ ਪੈਦਾ ਕੀਤੇ ਹੈ। ਅਸੀਂ ਵੀ ਉਸੇ ਟੀਮ ਦਾ ਹਿੱਸਾ ਰਹੇ ਹਾਂ ਤੇ ਮੈਂ ਵੀ ਕਬੱਡੀ ਦਾ ਪਲੇਅਰ ਵੀ ਸੀ ਤੇ ਲੰਬੀਆਂ ਰੇਸਾਂ। ਸਿੰਘ ਜੀ, ਤੁਸੀਂ ਕਾਲਜ ਟਾਈਮ ਸਕੂਲ ਟਾਈਮ ਤੋਂ ਇੱਕ ਬਹੁਤ ਵਧੀਆ ਕਲਾਕਾਰ ਵੀ ਰਹੇ ਆ, ਔਰ ਤੁਸੀਂ ਇੱਕ ਵਧੀਆ ਗਾਇਕ ਵੀ ਰਹੇ ਆ, ਕਵੀ ਵੀ ਰਹੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖਾਸ ਕਰ ਚੰਡੀਗੜ੍ਹ 'ਚ ਪੰਜਾਬੀ ਮਾਂ ਬੋਲੀ ਨੂੰ ਇੱਕ ਵੱਡਾ ਸਨਮਾਨ ਦਵਾਇਆ ਹੈ, ਉੱਥੇ ਵੀ ਤੁਸੀਂ ਆਪਣੀ ਪੰਜਾਬੀ ਹੋਣ ਦੇ ਝੰਡੇ ਗੱਡੇ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਗੀਤਕਾਰ ਹੋਣਾ ਔਰ ਥੀਏਟਰ ਦੇ ਨਾਲ ਸੰਬੰਧ ਰੱਖਣਾ, ਇਹ ਬੱਚੇ ਸ਼ੁਰੂ ਤੋਂ ਗੱਲਾਂ ਉਹਦੇ ਜ਼ਿਹਨ 'ਚ ਆ ਜਾਂਦੀਆਂ। ਜਦ ਬਾਲ ਸਭਾਵਾਂ ਲੱਗਦੀਆਂ ਸੀ ਉਦੋਂ ਮੇਰੀ ਮੰਮੀ ਹੈ ਜਿਹੜੀ ਉਹ ਮੈਨੂੰ ਰੋਜ਼ ਇੱਕ ਕਵਿਤਾ ਲਿਖ ਕੇ ਭੇਜਦੀ ਸੀ ਵੀ ਅੱਜ ਸ਼ਨੀਚਰਵਾਰ ਹੈ, ਅੱਜ ਆਹ ਕਵਿਤਾ ਬੋਲਣੀ। ਤੇ ਉਸ ਟਾਈਮ ਤੋਂ ਲੈ ਕੇ ਉਹ ਤੋਂ ਬਾਅਦ ਫਿਰ ਜਦ ਅਸੀਂ 7ਵੀਂ 8ਵੀਂ 'ਚ ਹੋ ਗਏ, ਅਸੀਂ ਪਿੰਡ 'ਚ ਰਾਮਲੀਲਾ 'ਚ ਪਾਰਟੀਸਪੇਟ ਕਰਨ ਲੱਗ ਗਏ। ਰਾਮਲੀਲਾ ਤੋਂ ਬਾਅਦ ਕਾਲਜ 'ਚ ਚਲ ਗਏ। ਕਾਲਜ 'ਚ ਅਸੀਂ ਥੀਏਟਰ ਵੀ ਕੀਤਾ। ਇੱਕ ਉੱਚੀ ਥੰਮਿਆਂ ਵਾਲੀ ਇਮਾਰਤ ਇੱਕ ਅਸੀਂ 1 ਐਕਟ ਪਲੇ ਕੀਤਾ ਸੀ। ਉਹ 1 ਐਕਟ ਪਲੇ 'ਚ ਅਸੀਂ ਇੰਟਰਵਰਸਿਟੀ 'ਚੋਂ ਫਸਟ ਆਏ ਸੀ। ਤੇ ਉਹ ਤੋਂ ਬਾਅਦ ਪੋਲੀਟੀਕਲ ਰੈਸੀਟੇਸ਼ਨ ਕੰਪੀਟੀਸ਼ਨ ਔਰ ਡੈਕਲਾਮੇਸ਼ਨ ਕੰਟੈਸਟ, ਡਿਬੇਟ ਕੰਪੀਟੀਸ਼ਨ ਮੈਂ ਕਾਲਜ ਟਾਈਮ 'ਚ ਇਹਨਾਂ 'ਚ ਭਾਗ ਲੈਂਦਾ ਰਿਹਾ। ਤੇ ਇਸ ਤੋਂ ਇਲਾਵਾ ਮੈਂ ਪੋਇਟਰੀ ਲਿਖਣ 'ਚ ਵੀ ਥੋੜ੍ਹਾ ਜਿਹਾ ਸ਼ੌਕ ਰੱਖਦਾ ਤੇ ਮੈਂ ਹੁਣ ਵੀ ਅੱਜ ਕੱਲ੍ਹ ਪੋਇਟਰੀ ਲਿਖਦਾ ਰਹਿੰਦਾ। 1987 'ਚ ਸਾਡਾ NS ਦਾ ਕੈਂਪ ਲੱਗਿਆ ਸੀ ਨੇਕੂਵਾਲ ਪਿੰਡ ਦੇ ਵਿੱਚ। ਉਸ ਟਾਈਮ ਤੇ ਮੈਂ ਜਦ ਚਿਹਰੂ ਕਾਂਡ ਹੋਇਆ ਇੱਕ ਪੋਇਮ ਲਿਖੀ ਸੀ ਪੰਜਾਬੀ 'ਚ, ਉਹਦਾ ਸ਼ੀਰਸ਼ਕ ਸੀ ਹੁਣ ਤਾਂ। ਮੈਂ ਉਹਦੀਆਂ 2 ਲਾਈਨਾਂ ਤੁਹਾਨੂੰ ਸੁਣਾ ਕੇ ਦੱਸਦਾ। ਹੁਣ ਤਾਂ ਰੋਜ਼ ਸੂਰਜ ਖੂਨ ਨਾਲ ਲੱਥ-ਪੱਥ ਹੋ ਕੇ ਚੜ੍ਹਦਾ ਹੈ, ਹੁਣ ਤਾਂ ਚਾਨਣ ਵੀ ਹਨੇਰੇ ਤੋਂ ਡਰਦਾ ਹੈ। ਹੁਣ ਤਾਂ ਰੋਜ਼ ਸੂਰਜ ਖੂਨ ਨਾਲ ਲੱਥ-ਪੱਥ ਹੋ ਕੇ ਚੜ੍ਹਦਾ ਹੈ, ਹੁਣ ਤਾਂ ਚਾਨਣ ਵੀ ਹਨੇਰੇ ਤੋਂ ਡਰਦਾ ਹੈ। ਹੁਣ ਤਾਂ ਨਦੀਆਂ ਖੂਨ ਦੀਆਂ ਵਹਿੰਦੀਆਂ ਨੇ ਤੇ ਨਿਰਾਸ਼ ਹੋ ਕੇ ਕਹਿੰਦੀਆਂ ਨੇ, ਇਹ ਪੰਜਾਬ ਤੈਨੂੰ ਹੁਣ ਕੀ ਹੋ ਗਿਆ ਹੈ, ਤੇਰਾ ਪੁਰਾਣਾ ਰੂਪ ਹੁਣ ਕਿੱਥੇ ਖੋ ਗਿਆ ਹੈ, ਕਿੱਥੇ ਚੱਲ ਗਿਆ ਹੈ ਤੇਰਾ ਭੰਗੜਾ ਤੇ ਗਿੱਧਾ, ਕਿੱਥੇ ਚੱਲ ਗਿਆ ਹੈ ਤੇਰਾ ਭਾਈਚਾਰਾ, ਕਿੱਥੇ ਚੱਲ ਗਏ ਨੇ ਤੇਰੇ ਸਰੂਆਂ ਵਰਗੇ ਨੌਜਵਾਨ, ਕਿੱਥੇ ਚੱਲ ਗਿਆ ਹੈ ਤੇਰੇ ਮੇਲਿਆਂ ਦਾ ਨਜ਼ਾਰਾ। ਹੁਣ ਤਾਂ ਸਭ ਕੁਝ ਅਲੋਪ ਹੋ ਗਿਆ ਹੈ, ਹੁਣ ਤਾਂ ਸਭ ਕੁਝ ਅਲੋਪ ਹੋ ਗਿਆ ਹੈ। ਰੱਬ ਜਿਵੇਂ ਪੰਜਾਬ ਨਾਲ ਕਰੋਪ ਹੋ ਗਿਆ ਹੈ, ਰੱਬ ਜਿਵੇਂ ਪੰਜਾਬ ਨਾਲ ਕਰੋਪ ਹੋ ਗਿਆ ਹੈ। ਸੋ ਇਸ ਦੇ ਨਾਲ ਨਾਲ ਮੈਂ ਹੁਣ ਚੰਡੀਗੜ੍ਹ 'ਚ ਜਦੋਂ 89 'ਚ ASI ਭਰਤੀ ਹੋ ਗਿਆ, ਉਹ ਤੋਂ ਬਾਅਦ ਟਾਈਮ ਦੇ ਵਕਫੇ ਦੇ ਨਾਲ ਸਬ ਇੰਸਪੈਕਟਰ ਅੱਜ ਕੱਲ੍ਹ ਮੈਂ DSP ਹੈ। ਤੇ ਅਸੀਂ ਰੋਜ਼ ਗਾਰਡਨ ਦੇ ਵਿੱਚ ਡੇਲੀ, ਮੇਰਾ ਘਰ ਨੇੜੇ ਹੈ, ਈਵਨਿੰਗ ਮਾਰਨਿੰਗ ਵਾਕ ਕਰਦੇ। ਤੇ ਅਸੀਂ ਇਹ ਸੋਚਿਆ ਵੀ ਪੰਜਾਬੀ ਮਾਂ ਬੋਲੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿਸ ਤਰ੍ਹਾਂ ਇਹਦੀ ਸ਼ਲਾਘਾ ਕੀਤੀ ਜਾ ਸਕੇ, ਕਿਸ ਤਰ੍ਹਾਂ ਇਹਦੀ ਉਸਤਤੀ ਕੀਤੀ ਜਾ ਸਕੇ। ਸੋ ਅਸੀਂ ਇਕੱਠੇ ਹੋ ਕੇ ਜਿਹੜੇ ਮਾਰਨਿੰਗ ਈਵਨਿੰਗ ਵਾਕਰ ਹੈ ਉਹਨਾਂ ਨੇ ਇੱਕ ਅਦਬੀ ਪੰਜਾਬੀ ਸੱਥ ਰੋਜ਼ ਗਾਰਡਨ ਦਾ ਆਗਾਜ਼ ਕੀਤਾ। ਅਸੀਂ ਇੱਕ ਸਭਾ ਬਣਾਈ, ਉਹਦਾ ਮੈਂ ਸਰਪ੍ਰਸਤ ਹੈ, ਚੇਅਰਮੈਨ ਹੈ। ਔਰ ਸਾਡੇ ਨਾਲ
ਉਹਦੇ ਸੈਕਟਰੀ ਨਿੰਦਰ ਘੁਗਿਆਨਵੀ ਜਿਹੜੇ ਕਹਾਣੀਕਾਰ ਹਨ, ਜਿਨ੍ਹਾਂ ਨੇ ਜੱਜ ਦਾ ਅਰਦ ਲਈ ਇੱਕ ਆਪਣੀ ਕਿਤਾਬ ਲਿਖੀ ਔਰ ਇਸ ਤੋਂ ਇਲਾਵਾ 55 ਕਿਤਾਬਾਂ ਹੁਣ ਤੱਕ ਲਿਖ ਚੁੱਕੇ, ਉਹ ਸਾਡੇ ਸੈਕਟਰੀ ਨੇ। ਔਰ ਸਾਡੇ ਪ੍ਰੋਪੋਗੰਡਾ ਸੈਕਟਰੀ ਨੇ ਸਰਦਾਰ ਤਰਲੋਚਨ ਸਿੰਘ, ਪੀਟੀਸੀ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਜੌਬ ਕਰਦੇ ਸੀ, ਅੱਜ ਕੱਲ੍ਹ ਪੀਟੀਸੀ ਪੰਜਾਬੀ ਚੰਡੀਗੜ੍ਹ ਤੋਂ ਉਹ ਆਪਣੀ ਸੇਵਾ ਨਿਭਾ ਰਹੇ ਹਨ। ਤੋ ਅਦਬੀ ਪੰਜਾਬੀ ਸਾਥ ਰੋਜ਼ ਗਾਰਡਨ ਦਾ ਇੱਕੋ ਮੰਤਵ ਹੈ, ਅਸੀਂ ਪੰਜਾਬ ਦੇ ਕਹਾਣੀਕਾਰਾਂ ਨੂੰ, ਸਾਹਿਤਕਾਰਾਂ ਨੂੰ, ਸਾਹਿਤਕਾਰਾਂ ਨੂੰ ਸਨਮਾਨਿਤ ਕਰਦੀ ਹੈ, ਇਨਾਮ ਦਿੰਦੀ ਹੈ, ਤਾਂ ਕਿ ਅਸੀਂ ਪੰਜਾਬ ਦੀ ਪੰਜਾਬੀ ਬੋਲੀ ਨੂੰ, ਪੰਜਾਬੀਅਤ ਨੂੰ ਅਸੀਂ ਸਾਂਭ ਸਕੀਏ। ਰਾਣਾ ਜੀ ਕਹਿੰਦੇ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਤੁਸੀਂ ਬਚਪਨ ਦੀ ਗੱਲ ਕੀਤੀ ਹੈ, ਤੁਹਾਡੀ ਮਾਤਾ ਜੀ ਦਾ ਤੁਹਾਡੇ ਤੇ ਬਹੁਤ ਪ੍ਰਭਾਵ ਰਿਹਾ ਹੈ। ਹੁਣ ਤੁਸੀਂ ਆਪਣੇ ਜੀਵਨ ਸਾਥੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜਿਨ੍ਹਾਂ ਦਾ ਤੁਹਾਡੀ ਕਾਮਯਾਬੀ 'ਚ ਇੱਕ ਵੱਡਾ ਯੋਗਦਾਨ ਰਿਹਾ ਹੈ? ਜੀਵਨ ਸਾਥੀ ਮੇਰੀ ਵਾਈਫ ਪੇਸ਼ੇ ਤੋਂ ਹਾਊਸ ਵਾਈਫ ਹੈ ਔਰ ਆਪਣਾ ਉਹਦਾ ਬਹੁਤ ਹੀ ਤਕੜਾ ਯੋਗਦਾਨ ਰਿਹਾ। ਉਹਨੇ ਮੇਰੇ ਪ੍ਰੋਫੈਸ਼ਨ ਦੇ ਕੰਮ 'ਚ ਵਿੱਚ ਵੀ ਚੰਡੀਗੜ੍ਹ ਪੁਲਿਸ ਦੇ ਵਿੱਚ ਨੌਕਰੀਆਂ ਸੇਵਾਵਾਂ ਨਿਭਾਉਂਦੇ ਹੋਏ ਵੀ ਉਹਦਾ ਬੜਾ ਯੋਗਦਾਨ ਰਿਹਾ, ਕਿਉਂਕਿ ਜੇ ਪੁਲਿਸ ਅਫਸਰ ਨੂੰ ਟੈਰਰਿਜ਼ਮ ਦੇ ਦੌਰ 'ਚ ਦੇਖ ਲਓ, ਰਾਤ ਨੂੰ ਉੱਠਣਾ ਪੈਂਦਾ ਸੀ, ਦਿਨਾਂ ਨੂੰ ਉੱਠਣਾ ਪੈਂਦਾ ਸੀ, ਤੜਕੇ 'ਤੇ ਜਾਣਾ ਪੈਂਦਾ ਸੀ, ਤੇ ਉਹ ਵਾਈਫ ਵੀ ਉਸੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਪਤੀ ਨੌਕਰੀ ਕਰਦਾ ਉਹਨੂੰ ਨੌਕਰੀ 'ਤੇ ਜਾਣਾ ਪੈਂਦਾ, ਵਾਈਫ ਵੀ ਉਸੇ ਤਰ੍ਹਾਂ ਉੱਠਦੀ ਹੈ, ਆਇਆਂ ਨੂੰ ਰੋਟੀ ਦਿੰਦੀ ਹੈ, ਵਰਦੀ ਤਿਆਰ ਕਰਦੀ ਹੈ, ਕੱਪੜੇ ਧੋਂਦੀ ਹੈ। ਉਸ ਦਾ ਇੰਨਾ ਕੁ ਯੋਗਦਾਨ ਰਿਹਾ, ਉਹਨੇ ਮੇਰੇ ਪ੍ਰੋਫੈਸ਼ਨ 'ਚ ਮੈਨੂੰ ਅਗਾਂਹ ਵਧਣ ਦੇ ਵਿੱਚ ਮੇਰੀ ਬੜੀ ਮਦਦ ਕੀਤੀ ਔਰ ਮੈਨੂੰ ਹੌਸਲਾ ਅਫਸਾਈ ਕੀਤੀ। ਡੀਐਸਪੀ ਸਾਹਿਬ, ਅੱਜ ਦੇ ਨੌਜਵਾਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਅਗੰਮਪੁਰ ਦੀ ਧਰਤੀ ਦੇ ਜੰਮਪਲ ਹੋ ਔਰ ਇਹ ਧਰਤੀ ਦਾ ਨਾਮ ਅੱਜ ਪੂਰੇ ਵਰਲਡ 'ਚ ਹੈ। ਅੱਜ ਦੇ ਨੌਜਵਾਨ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅੱਜ ਦੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਕਿ ਦੇਖੋ, ਮਿਹਨਤ ਹੈ ਜਿਹੜੀ ਉਹ ਇੱਕ ਬਹੁਤ ਬੜੀ ਚੀਜ਼ ਹੈ। ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ, ਕਿਸੇ ਵੀ ਕਾਰੋਬਾਰ ਦੇ ਵਿੱਚ, ਚਾਹੇ ਉਹ ਕਿਸਾਨੀ ਦਾ ਖੇਤਰ ਹੈ, ਚਾਹੇ ਉਹ ਨੌਕਰੀ ਪੇਸ਼ਾ ਹੈ, ਚਾਹੇ ਉਹ ਦੁਕਾਨਦਾਰੀ ਹੈ, ਚਾਹੇ ਹੋਰ ਕੋਈ ਵੀ ਖੇਤਰ ਹੈ, ਤੁਹਾਡਾ ਹੀ ਖੇਤਰ ਲਾ ਲਓ, ਜਿਹੜੇ ਆਪਣਾ ਪੱਤਰਕਾਰ ਭਰਾ ਹੈ, ਮੀਡੀਆ ਦੇ ਬੰਧੂ ਹੈ, ਉਹਦੇ ਵਿੱਚ ਦੇਖੋ ਤੁਹਾਨੂੰ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਜਿੰਨੀ ਤੁਸੀਂ ਮਿਹਨਤ ਕਰੋਗੇ ਉਨਾ ਹੀ ਤੁਹਾਨੂੰ ਫਲ ਮਿਲੂਗਾ। ਸੋ ਨੌਜਵਾਨ ਸਾਥੀਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਦੇ ਦੌਰ 'ਚ ਇਹਨਾਂ ਨਸ਼ਿਆਂ ਤੋਂ ਉੱਤੇ ਉੱਠ ਕੇ ਆਪਣੀ ਇਹੋ ਜਿਹੀ ਜ਼ਿੰਦਗੀ ਜੀਓ, ਮਿਹਨਤ ਕਰੋ, ਔਰ ਮਿਹਨਤ ਜੇ ਕਰੋਗੇ ਤਾਂ ਹੀ ਤੁਸੀਂ ਮੰਜ਼ਿਲ 'ਤੇ ਪੁੱਜੋਗੇ। ਮਿਹਨਤ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਤਕੜਾ ਪਹਿਲੂ ਹੈ ਜਿਹੜਾ ਤੁਹਾਨੂੰ ਆਪਣੀ ਮੰਜ਼ਿਲ 'ਤੇ ਲੈ ਕੇ ਜਾਂਦਾ। ਬਹੁਤ ਬਹੁਤ ਧੰਨਵਾਦ। ਇਹ ਸੀ ਰਾਣਾ ਦਿਲਸ਼ੇਰ ਸਿੰਘ ਜੀ ਚੰਦੇਲ, ਜਿਹੜੇ ਡੀਐਸਪੀ ਨੇ ਚੰਡੀਗੜ੍ਹ ਪੁਲਿਸ 'ਚ, ਔਰ ਜਿਨ੍ਹਾਂ ਨੇ ਆਪਣੀ ਸੇਵਾਵਾਂ ਬਹੁਤ ਅੱਛੀਆਂ ਨਿਭਾਈਆਂ ਹੈ। ਅਗਲੀ ਸ਼ਖਸੀਅਤ ਨਾਲ ਤੁਹਾਨੂੰ ਅਗਲੀ ਥਾਂ 'ਤੇ ਲੈ ਕੇ ਮਿਲਾਂਗੇ।